मिस्टर मानव राघवेंद्र, क्या समझ रखा है आपने हमको? बाराती का ढोल कि आप बजाते रहेंगे और हम डांस करते रहेंगे? इनफ! नौकर हैं आप जनता के और बदतमीजी बर्दाश्त नहीं करेंगे हम। अब सिर्फ एक ही एक्शन होगा, पब्लिक का डायरेक्ट एक्शन। ਸੱਤਿਆਗ੍ਰਹਿ ਨਾਮ ਤੋਂ ਹੀ ਜ਼ਹਿਨ ਦੇ ਵਿੱਚ ਬਾਪੂ ਗਾਂਧੀ ਆਉਂਦੇ ਨੇ, ਜਿਨ੍ਹਾਂ ਨੇ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਤੇ ਸਮਾਜ ਨੂੰ ਇੱਕ ਸੱਚ ਦਾ ਆਇਨਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਾਲੀਵੁੱਡ ਫਿਲਮ ਸੱਤਿਆਗ੍ਰਹਿ ਦੀ, ਜਿਨ੍ਹਾਂ ਦੇ ਡਾਇਰੈਕਟਰ ਪ੍ਰਕਾਸ਼ ਝਾ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਪ੍ਰਕਾਸ਼ ਜੀ, PTC ਨਿਊਜ਼ 'ਤੇ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਹਾਂ, ਤੇ ਇਹਨਾਂ ਦੇ ਨਾਲ ਹੀ ਇੱਕ ਹੋਰ ਸ਼ਖਸੀਅਤ ਇਸ ਵੇਲੇ ਸਾਡੇ ਨਾਲ ਮੌਜੂਦ ਹੈ। ਉਹਨੇ ਐਵਰਲਾਸਟਿੰਗ ਐਵਰਗ੍ਰੀਨ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ। ਅਮਿਤਾਭ ਜੀ, ਤੁਹਾਡਾ ਵੀ PTC ਨਿਊਜ਼ 'ਤੇ ਬਹੁਤ ਬਹੁਤ ਸਵਾਗਤ। ਬਹੁਤ ਸ਼ੁਕਰੀਆ ਜੀ ਤੁਹਾਡਾ। ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਸੱਤਿਆਗ੍ਰਹਿ ਫਿਲਮ ਦੇ ਵਿੱਚ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਤੁਹਾਡਾ ਕੀ ਕਿਰਦਾਰ ਤੁਸੀਂ ਨਿਭਾ ਰਹੇ ਹੋ? ਮੈਂ ਜੀ ਇੱਕ ਰਿਟਾਇਰਡ ਪ੍ਰੋਫੈਸਰ ਦੀ ਭੂਮਿਕਾ ਕਰ ਰਿਹਾ। ਆਦਰਸ਼ਵਾਦੀ ਹੈਗਾ ਤੇ ਉਹਨਾਂ ਦੇ ਜਿੰਨੇ ਵੀ ਮੂਲ ਹੈ ਪ੍ਰਿੰਸੀਪਲਸ ਨੇ ਲਾਈਫ ਵਿੱਚ, ਉਹਨਾਂ ਦੇ ਨਾਲ ਜਿਹੜੀ ਯੰਗਰ ਜਨਰੇਸ਼ਨ ਹੈ ਉਹਨਾਂ ਦੇ ਖਿਆਲਾਤ ਮਿਲਦੇ ਜੁਲਦੇ ਨਹੀਂ ਹੈਗੇ ਨੇ। ਤੇ ਇਹ ਕਹਾਣੀ ਜਿਹੜੀ ਹੈਗੀ ਇਹ ਇੱਕ ਪਿਤਾ ਦੀ ਕਹਾਣੀ ਹੈ, ਇੱਕ ਪੁੱਤਰ ਦੀ ਕਹਾਣੀ ਹੈ, ਬੇਟੇ ਦੀ ਕਹਾਣੀ ਹੈਗੀ। ਇੱਕ ਇਹੋ ਜਿਹਾ ਬੇਟਾ ਜੋ ਚਾਹੁੰਦਾ ਹੈ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਕੰਟਰੀ ਵਿੱਚ, ਇਹ ਜਿਹੜੀ ਯੰਗਰ ਜਨਰੇਸ਼ਨ ਹੈਗੀ ਇਹ ਗਰੀਡ ਨੂੰ ਲੈ ਕਰਕੇ ਪੈਸਾ ਬਣਾਉਣ ਤੋਂ ਇਹ ਕੋਈ ਗਲਤ ਬਾਤ ਨਹੀਂ ਹੈਗੀ। ਦੂਜੀ ਤਰਫ ਇੱਕ ਆਦਰਸ਼ਵਾਦੀ ਪਿਤਾ ਹੈਗਾ ਜੋ ਕਹਿੰਦਾ ਹੈ ਕਿ ਨਹੀਂ, ਇਹ ਗਲਤ ਚੀਜ਼ ਹੈ। ਔਰ ਕਿਸ ਤਰ੍ਹਾਂ ਜਿਸ ਤਰ੍ਹਾਂ ਕਹਾਣੀ ਆਗੇ ਚੱਲਦੀ ਜਾਂਦੀ ਹੈ, ਇਹ ਦੋਨਾਂ ਦੇ ਜੇ ਥਾਟ ਪ੍ਰੋਸੈਸ ਹੈਗਾ ਨਾ, ਜਿਹਦੀ ਜਿਹੜੀ ਥਿੰਕਿੰਗ ਹੈਗੀ ਉਹ ਕਿਸ ਤਰ੍ਹਾਂ ਟਕਰਾਉਂਦੀ ਹੈ, ਕਿਸ ਤਰ੍ਹਾਂ ਮਿਲਦੀ ਹੈ, ਔਰ ਅੱਗੇ ਜਾ ਕਰਕੇ ਕਿਸ ਤਰ੍ਹਾਂ ਇਹ ਦੋਨੋਂ ਇੱਕ ਵਿਚਾਰ ਨੂੰ ਲੈ ਕਰਕੇ ਸੱਤਿਆਗ੍ਰਹਿ ਕਰਦੇ ਨੇ ਉਸ ਸਿਸਟਮ ਦੇ ਖਿਲਾਫ, ਜਿਹੜਾ ਸਿਸਟਮ ਇਹਨਾਂ ਨੂੰ ਉਹ ਦੇ ਨਹੀਂ ਪਾਉਂਦਾ ਜੋ ਇਹਨਾਂ ਦੀ ਮੰਗ ਹੈਗੀ। ਇਹ ਸਾਡੀ ਕਹਾਣੀ ਹੈ। ਅਮਿਤਾਭ ਜੀ, ਸੱਤਿਆਗ੍ਰਹਿ ਦੇ ਜ਼ਰੀਏ ਇੱਕ ਫਿਲਮ ਦੇ ਵਿੱਚ ਤਾਂ ਕਿਸੇ ਪ੍ਰੋਬਲਮ ਦਾ ਜੋ ਹੈ ਸੋਲੂਸ਼ਨ ਕੱਢਿਆ ਜਾ ਸਕਦਾ, ਲੇਕਿਨ ਅਗਰ ਰੀਅਲ ਲਾਈਫ ਦੀ ਗੱਲ ਕੀਤੀ ਜਾਵੇ ਤਾਂ ਪ੍ਰੋਬਲਮਸ ਬਹੁਤ ਜ਼ਿਆਦਾ ਹੁੰਦੀਆਂ ਨੇ, ਬਹੁਤ ਵੱਡੀਆਂ ਵੀ ਹੁੰਦੀਆਂ ਨੇ। ਕਿ ਰੀਅਲ ਲਾਈਫ ਦੇ ਵਿੱਚ ਇੰਨੀ ਛੇਤੀ ਹੱਲ ਕੀਤੇ ਜਾਣ ਦੀ ਗੱਲ ਆਖੀ ਜਾ ਸਕਦੀ ਹੈ? ਪ੍ਰੋਬਲਮਸ ਦੇਖੋ ਜੀ ਕੰਟਰੀ ਵਿੱਚ ਬੜੀ ਹੁੰਦੀਆਂ ਨੇ ਜੀ, ਔਰ ਐਸਾ ਮੰਨ ਲੈਣਾ ਕਿ ਇੱਕ ਫਿਲਮ ਬਣਾ ਕਰਕੇ ਉਸ ਜਿੰਨੇ ਪ੍ਰੋਬਲਮਸ ਹੈ ਉਹ ਸੋਲਵ ਹੋ ਜਾਣਗੇ, ਇਹ ਤਾਂ ਨਹੀਂ ਪੋਸੀਬਲ। ਫਿਰ ਵੀ ਪ੍ਰਕਾਸ਼ ਜੀ ਨੇ ਜਿਸ ਤਰ੍ਹਾਂ ਦੀ ਕਹਾਣੀ ਬਣਾਈ ਹੈਗੀ ਜੀ, ਉਹ ਇਹ ਕਹਿ ਰਹੇ ਨੇ ਕਿ ਦੇਸ਼ ਵਿੱਚ ਜੋ ਹੋ ਰਿਹਾ ਹੈ ਉਸ ਤੋਂ ਇੰਪ੍ਰੈਸ ਹੋ ਕਰਕੇ, ਇੰਸਪਾਇਰ ਹੋ ਕਰਕੇ ਉਹਨਾਂ ਨੇ ਇੱਕ ਕਹਾਣੀ ਲਿਖੀ ਹੈਗੀ ਜੀ। ਤੇ ਉਸ ਦੇ ਜ਼ਰੀਏ ਅਗਰ ਕੋਈ ਇੱਕ ਇਹੋ ਜਿਹਾ ਇੱਕ ਦ੍ਰਿਸ਼, ਇੱਕ ਕੋਈ ਇਹੋ ਜਿਹਾ ਸੈਂਟੈਂਸ ਜਾਂ ਵਾਕਿਆ, ਇਹੋ ਜਿਹਾ ਕੋਈ ਕਿਰਦਾਰ ਜੇ ਜਨਤਾ ਨੂੰ ਮੋਹ ਲੈ, ਉਹਨਾਂ ਨੂੰ ਇੰਪ੍ਰੈਸ ਕਰ ਦੇ, ਤੇ ਕहीं ਨਾ कहीं ਇਹਨਾਂ ਨੂੰ ਬੜੀ ਸ਼ਾਂਤੀ ਮਿਲੇਗੀ। ਔਰ ਇਸੇ ਕਰਕੇ ਇਹ ਫਿਲਮਾਂ ਬਣਦੀਆਂ ਨੇ। ਤੇ ਤੁਹਾਡੇ ਹਿਸਾਬ ਦੇ ਨਾਲ ਠੀਕ ਹੈ ਕਿ ਪ੍ਰੋਬਲਮ ਬਹੁਤ ਹੁੰਦੇ ਨੇ ਕੰਟਰੀ ਵਿੱਚ, ਉਹ ਸਾਰਿਆਂ ਨੂੰ ਕਿਸ ਤਰ੍ਹਾਂ ਕਿ ਹਮ ਲੋਕ ਅੱਗੇ ਕਿਸ ਤਰ੍ਹਾਂ ਉਹਨਾਂ ਦਾ ਇੱਕ समाधान सोच सकते हैं, ये पॉसिबल तो नहीं आएगा। अरे नेताजी, बिना हमें बताए कोई पार्टी हमारे डिस्ट्रिक्ट में झंडा तक नहीं उठाता और आप हैं कि सीधे हवाई जहाज से गांधी चौक पर लैंडिंग करेंगे और लगेंगे भाषण झाड़ने। छोटा बड़ा हर पार्टी का विधायक बहुत मेहनत, तिकड़म और इन्वेस्टमेंट करके चुनाव जीतता है। एक बेचारा 5 साल कुछ कमाएगा और किसी को हक नहीं बनता है कि उसके इन्वेस्टमेंट को खतरे में डाले। ਅਮਿਤ ਜੀ, ਕਿਸੇ ਵੀ ਤਰ੍ਹਾਂ ਦੇ ਸੱਤਿਆਗ੍ਰਹਿ ਦੇ ਵਿੱਚ ਤੁਹਾਡੇ ਮੁਤਾਬਿਕ ਕਿਸ ਤਰ੍ਹਾਂ ਦੇ ਲੋਕ ਸ਼ਾਮਿਲ ਹੋ ਸਕਦੇ ਨੇ? ਉਹ ਜਿਹੜੇ ਸ਼ਾਂਤੀ ਨੂੰ ਬਿਲੀਵ ਕਰਦੇ ਨੇ, ਵਿਰੋਧ ਸਾਰਿਆਂ ਨੂੰ ਕਰਨਾ ਪੜਦਾ ਹੈ ਲੇਕਿਨ ਸ਼ਾਂਤੀ ਨਾਲ, ਬਿਨਾਂ ਵਾਇਲੈਂਸ ਕੇ, ਇਹੋ ਜਿਹੀ ਇੱਕ क्रिया बनाई हुई है। वो आज कर भी रहे हैं आज के नौजवान। जिन्हें हाँ जिन्हें भी नौजवान है आजकल यही कर रहे। गैंग रेप होया इत्थे दिल्ली विच,
और किस तर੍ਹਾਂ ਜਿੰਨੇ ਵੀ ਯੰਗਸਟਰਸ ਸੀਗੇ ਆਪਣੇ ਆਪ ਆਏ। ਕਿਸੇ ਨੇ ਉਹਨਾਂ ਨੂੰ ਕਿਹਾ ਨਹੀਂ ਕਿ ਤੁਸੀਂ ਚਲੋ ਭਾਈ ਜਾਣਾ ਹੈਗਾ, ਵਿਰੋਧ ਕਰਨਾ ਹੈਗਾ। ਆਪਣੇ ਆਪ ਸਾਰੇ ਕੇ ਸਾਰੇ ਖੜੇ ਹੋ ਗਏ ਔਰ ਦਿੱਲੀ ਦੀ ਠੰਡ ਵਿੱਚ ਜਾ ਕਰਕੇ ਉਹਨਾਂ ਨੇ ਲਾਠੀਆਂ ਖਾਈਆਂ, ਪਾਣੀ ਦੇ ਕੈਨਨਸ ਉਹਨਾਂ ਨੇ ਸਹੇ, ਆਪਣੇ ਆਪ ਕੀਤਾ ਉਹਨਾਂ ਨੇ। ऐसा बल भी मत देना, तंग आ चुके हैं सरकार से। आज मर जाएंगे लेकिन लड़ेंगे जरूर। उठ कर करने हैं कुछ काम, रघुपति राघव राजा, कुछ काम। ਸੱਤਿਆਗ੍ਰਹਿ ਜੋ ਹੈ ਬਾਪੂ ਗਾਂਧੀ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਸੀ, ਕਾਂਗਰਸ ਦੇ ਵੱਲੋਂ ਪੂਰਾ ਸਮਰਥਨ ਵੀ ਕੀਤਾ ਗਿਆ, ਪਰ ਅੱਜ ਦੀ ਮੌਜੂਦਾ ਸਥਿਤੀ ਦੇ ਹਾਲਾਤਾਂ ਨੂੰ ਜਦ ਵੇਖਿਆ ਜਾਏ ਤਾਂ ਪਾਰਟੀ ਦੀ ਆਈਡੀਓਲੋਜੀ ਬਿਲਕੁਲ ਉਲਟ ਹੈ। ਕੀ ਕਹਿਣਾ ਇਸ ਬਾਰੇ? अभी प्रकाश जी दसेंगे मैंने आजकल तो के- राजनीति आंदी नहीं है। देखिए ऐसा है कि आज की पॉलिटिक्स जो है वो धीरे धीरे बहुत लालच की पॉलिटिक्स हो गई, और उसी वजह से जो आज पॉलिटिकल क्लास के लोग हैं वो आम आदमी से कट से गए हैं। वो उनकी प्रॉब्लम के बारे में सोचते नहीं हैं, उनके जो ख्यालात हैं, उनके एक्शंस हैं वो अलग। तो इससे एक बहुत भावना जो आज के समाज में, आज के मिडिल क्लास में, आज के यूथ में, यूथ जो सबसे बड़ा है, 65% पॉपुलेशन हमारी यंग इंडिया की पॉपुलेशन है, उसके लिए रोज़गार हो, उसके लिए काम हो, उसके लिए अच्छी पढ़ाई हो, अच्छे हालात हों, उसके बारे में नहीं सोचते। तो वो धीरे धीरे जब भी ऐसे कोई अत्याचार होता है तो वो खड़ा होता है, वो बोलता है, वो होना शुरू हो गया है। तो हर लोकतंत्र में जो हमारी डेमोक्रेसी है, नई डेमोक्रेसी है, इसमें उतार चढ़ाव ऐसे आते रहते हैं। ऐसा समय आया है कि ये इंटरवेंशन सोसाइटी का हो रहा है, और ये सत्याग्रह जो चल रहा है, उसीलिए हमने लिखा अपने फिल्म के नीचे, टाइटल के नीचे, कि द रेवोल्यूशन हैज़ बिगन, क्रांति शुरू हो गई है। तो ये क्रांति हमारे देश की युवा पीढ़ी लाएगी, वो सवाल खड़े करेगी जिसके जवाब आपको देने पड़ेंगे। ਕਿਤੇ ਨਾ ਕਿਤੇ ਇਹ ਵੀ ਵਜ੍ਹਾ ਹੋ ਸਕਦੀ ਹੈ ਕਿ ਜਿਸ ਤਰ੍ਹਾਂ ਸੱਤਿਆਗ੍ਰਹਿ ਦੀ ਬਜਾਏ ਅੱਜ ਕੱਲ੍ਹ ਜੋ ਪੋਲੀਟੀਕਲ ਪਾਰਟੀ ਬਣਾ ਕੇ अगर अपनी मंग ਨੂੰ ਮਨਵਾਇਆ ਜਾਏ, ਇਸ ਤੇ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, जिस तरह कि केजरीवाल ने किया। तरीका तो वही है अपने डेमोक्रेसी में, क्योंकि जब तक पॉलिटिकल इंगेजमेंट नहीं होगी, डेमोक्रेसी में डेमोक्रेसी के रास्ते ही जाना पड़ेगा, तभी बदलाव हो पाएगा। आप डेमोक्रेसी में बाहर से कुछ थोप नहीं सकते, तो तरीका तो वही है। और मैं कहूँगा, मैं कहता हूँ कि जो इंडिया गेट पे हुआ निर्भय कांड के बाद, वो एक बहुत बड़ा पब्लिक स्टेटमेंट है, पॉलिटिकल स्टेटमेंट है मास का, यंग मास का। तो वो पॉलिटिकल स्टेटमेंट जब पॉलिटिकल एंगेजमेंट में बदलेगा, और हम नौजवानों से ये कहते हैं कि तुम वोट जरूर देना, तुम अपनी पॉलिटिकल आइडियोलॉजी जो भी हो उसमें, किसी में जिसमें विश्वास हो उसके साथ चलो, लेकिन चलना जरूर, इसको इग्नोर मत करो, क्योंकि यही रास्ता है। तो अरविंद केजरीवाल जी अगर पॉलिटिकल पार्टी बना करके वो बदलाव लाना चाहते हैं तो अच्छा है, भला है, उनका स्वागत हो। इसी तरह से और भी लोग जो हैं, जो यंग लोग हैं, वो अगर विश्वास नहीं है देश की बड़ी बड़ी राजनीतिक पार्टियों में, तो दूसरे के साथ जाएं, लेकिन इंगेज होना जरूरी है, क्योंकि डेमोक्रेसी का रास्ता वही है। प्रकाश जी, जिस तरह के मूवी ਦੇ ਵਿੱਚ ਅਹਿਮ ਕਿਰਦਾਰ ਹੈ ਕਰੀਨਾ ਕਪੂਰ ਨੂੰ ਦਿੱਤਾ ਗਿਆ ਐਜ਼ ਅ जर्नलिस्ट फीमेल ही क्यों, मेल भी हो सकता सी, किसी फीमेल जर्नलिस्ट तो इंस्पायर्ड है कैरेक्टर? वो आजकल जर्नलिस्ट की जब मैं सोचता हूँ तो फीमेल ही सामने नजर आती है। अगर तुसी एक्चुअल लाइफ ਦੇ ਵਿੱਚ, अपनी रियल लाइफ ਦੇ ਵਿੱਚ ਕਦੇ सत्याग्रह करना होए ਤਾਂ देश ਦਾ ਕਿਹੜਾ ਮੁੱਦਾ ਜਿਹੜਾ ਤੁਸੀਂ ਫੜੋਗੇ सत्याग्रह ਦੇ ਲਈ? मैं इस बात पे सत्याग्रह करूँगा कि अपने देश में जो ऐसे लोग हैं, जो बहुत बड़ा तबका है, जिनके पास कुछ नहीं है, जो अभी भी गरीबी और भूख से परेशान रहते हैं, तो देश आगे बढ़ रहा है तो सबसे पहले उनको आगे खींचना चाहिए। और उनको अगर आगे खींचने के लिए उपाय नहीं हो रहे हैं, तरीके नहीं हो रहे हैं, और उल्टे काम हो रहे हैं, जिसमें देश तो आगे बढ़ रहा है लेकिन हम पीछे छूटते जा रहे हैं, तो उसके खिलाफ मैं सत्याग्रह करूँगा। ਤੁਹਾਡਾ ਕੀ ਮੁੱਦਾ ਹੋਵੇਗਾ? सड़कों तक नहीं जा पाया, क्योंकि मैं इस तरह मेरी सोच हैगी कि जिन्हें भी लोग जे भागी ਵਿੱਚ ਜੇ ਸੈਲੀਬ੍ਰਿਟੀ ਬਣ ਜਾਂਦੇ ਨੇ, ਉਹ ਜਦ ਵੀ ਬਾਹਰ ਜਾਂਦੇ ਨੇ तो
ਜਿਹੜਾ ਵਿਸ਼ਾ ਹੁੰਦਾ ਹੈ, ਜੋ ਟੌਪਿਕ ਹੁੰਦੀ, ਉਹ ਉਹਨਾਂ ਦੇ ਨਾਲ ਚੱਲ ਪੈਂਦੀ, ਟੌਪਿਕ ਨੂੰ ਭੁੱਲ ਜਾਂਦੇ ਨੇ। ਤੇ ਇਸ ਕਰਕੇ ਘਰ ਬੈਠ ਕੇ ਹੀ ਜੋ ਵੀ ਕਰਨਾ ਹੈ ਕਰੋ। ਅਸੀਂ ਵੀ ਇੰਪ੍ਰੈਸ ਹੁੰਦੇ ਨੇ, ਇਨਫਲੂਐਂਸ ਹੁੰਦੇ ਨੇ ਜੋ ਕੁਝ ਵੀ ਹੋ ਰਿਹਾ ਦੇਸ਼ ਵਿੱਚ, ਔਰ ਸਾਡੀ ਵੀ ਵਿਚਾਰਧਾਰਾ ਹੁੰਦੀ ਹੈ ਇੱਕ। ਲੇਕਿਨ ਮੈਂ ਇਹੋ ਜਿਹਾ ਮੰਨਦਾ ਕਿ ਸੜਕ 'ਤੇ ਉਤਰਨਾ ਇਹ ਸਾਡਾ, ਮੈਨੂੰ ਠੀਕ ਨਹੀਂ ਲੱਗਦਾ। ਘਰੇ ਤੁਸੀਂ ਕਦੇ ਸੱਤਿਆਗ੍ਰਹਿ ਕੀਤਾ ਆਪਣੇ ਘਰ ਦੇ ਵਿੱਚ ਕਿਸੇ ਮੰਗ ਨੂੰ ਲੈ ਕੇ? ਕਿੱਥੇ? ਕਰੀਅਰ ਵਿੱਚ? ਆਪਣੇ ਘਰੇ, ਆਪਣੇ ਘਰ ਮੇਂ? ਅਗਰ ਘਰ ਵਿੱਚ ਉਹ ਘਰ ਵਿੱਚ ਤੇ ਰੋਜ਼ ਹੁੰਦਾ ਰਹਿੰਦਾ ਜੀ। ਅਮਿਤ ਜੀ, ਅਗਰ ਐਜ਼ ਅ ਡਾਇਰੈਕਟਰ ਤੁਸੀਂ ਫਿਲਮ ਬਣਾਉਣੀ ਹੋਏ ਔਰ ਪ੍ਰਕਾਸ਼ ਜਹਾ ਜੀ ਨੂੰ ਲਿਆ ਹੋਏ ਵਿੱਚ, ਤੇ ਕਿਹੋ ਜਿਹਾ ਕਿਰਦਾਰ ਇਹਨਾਂ ਨੂੰ ਦੇਣਾ ਚਾਹੋਗੇ ਤੁਸੀਂ? ਇਹੋ ਜਿਹਾ ਦੇਗਾ ਜਿਹੜਾ ਇਹਨਾਂ ਨੇ ਮੈਨੂੰ ਦਿੱਤਾ ਹੈ। ਪ੍ਰਕਾਸ਼ ਜੀ, ਕਿਹੜੀਆਂ मैं भी इस फिल्म ਦੇ डायरेक्टर ਦਾ ਰੋਲ ਹੀ ਕਰ ਰਿਹਾ ਜੀ। ਤੇ ਪ੍ਰਕਾਸ਼ ਜੀ, ਕਿਹੜੀਆਂ ਇਹੋ ਜਿਹੀਆਂ 3 ਚੀਜ਼ਾਂ ਨੇ ਜੋ ਅਮਿਤ ਜੀ ਦੀਆਂ ਤੁਹਾਨੂੰ ਪ੍ਰਭਾਵਿਤ ਕਰਦੀਆਂ ਨੇ? सबसे बड़ी चीज़ जो प्रभावित करती है वो है इनकी सिंप्लिसिटी। लोग समझते हैं, हम भी समझते हैं कि बहुत कुछ अचीव किया है ज़िंदगी में, लेकिन बहुत सिंपल है, बहुत सहज है। और जो सबसे बड़ी चीज़ इनकी है वो है काम करने की जो भूख है, डिसिप्लिन जो है, वो बहुत इंस्पिरेशन देती है। ਤੇ ਅਮਿਤ ਜੀ, ਤੁਹਾਡੇ ਕੋਲੋਂ ਵੀ ਇਹੀ ਸਵਾਲ ਪੁੱਛਣਾ ਚਾਹੂੰਗੀ ਕਿ ਪ੍ਰਕਾਸ਼ ਜੀ ਦੇ ਵਿੱਚ ਕਿਹੜੀਆਂ 3 ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਪ੍ਰਭਾਵਿਤ ਕਰਦੀਆਂ ਨੇ? ਬਹੁਤ ਸਾਰੀਆਂ ਹੈਗੀਆਂ ਨੇ। ਜਿਵੇਂ ਕਿ ਜਿਹੜੀ ਸਟੋਰੀ ਲਾਉਂਦੇ ਨੇ, ਉਹਦੇ 'ਚ ਇਹੋ ਜਿਹੇ ਸੀਨਸ ਹੁੰਦੇ ਨੇ ਕਿਰਦਾਰ ਦੇ ਜੋ ਬੜੇ ਇੰਪ੍ਰੈਸਿਵ ਹੁੰਦੇ ਨੇ, ਤੇ ਮੈਂ ਆਪਣੇ ਆਪ ਨੂੰ ਇੱਕ ਕਲਾਕਾਰ ਸਮਝਦਾ। ਤੇ ਅਸੀਂ ਉਹੀ ਚੀਜ਼ਾਂ ਢੂੰਡਦੇ ਨੇ ਜੋ ਸਾਨੂੰ ਇੰਪ੍ਰੈਸ ਕਰਨ, ਪ੍ਰਭਾਵਿਤ ਕਰਨ, ਇਨਫਲੂਐਂਸ ਕਰਨ ਕਿ ਅਸੀਂ ਜਾ ਕਰਕੇ ਕੁਝ ਨਵਾਂ ਕरें। ਦੂਜੀ ਗੱਲ ਇਹ ਹੈਗੀ ਕਿ ਪ੍ਰਕਾਸ਼ ਜੀ ਬੜੇ ਆਰਗੇਨਾਈਜ਼ਡ ਪ੍ਰੋਡਿਊਸਰ ਡਾਇਰੈਕਟਰ ਹੈਗੇ ਨੇ। ਸਾਰਾ ਕੰਮ ਇਹਨਾਂ ਦੇ ਹੱਥ ਵਿੱਚ ਰਹਿੰਦਾ ਹੈ, ਇਹਨਾਂ ਦੇ ਦਫ਼ਤਰ ਬੜਾ ਆਰਗੇਨਾਈਜ਼ਡ ਵੇ ਮੇਂ ਕੰਮ ਚੱਲਦਾ ਹੈ। 3-4 ਮਹੀਨੇ ਪਹਿਲੇ ਹੀ ਇਹਨਾਂ ਦੀ ਪ੍ਰੈਪਰੇਸ਼ਨ ਸ਼ੁਰੂ ਹੋ ਜਾਂਦੀ ਹੈ। ਜਿੰਨੇ ਵੀ ਕਲਾਕਾਰ ਹੁੰਦੇ ਉਹਨਾਂ ਨੂੰ ਸਾਰੇ ਸੀਨਸ ਮਿਲ ਜਾਂਦੇ ਨੇ, ਸਭ ਨੂੰ ਪਤਾ ਹੈ ਕਿ ਕੀ ਕਰਨਾ ਹੈ, ਕੀ ਨਹੀਂ ਕਰਨਾ ਹੈ। ਫਿਰ ਅਸੀਂ ਲੋਕੇਸ਼ਨ ਪਹੁੰਚਦੇ ਨੇ, ਉੱਥੇ ਜਾ ਕਰਕੇ ਸਾਨੂੰ ਕੋਈ ਵੀ ਤਕਲੀਫ ਨਹੀਂ ਹੁੰਦੀ ਹੈ। ਟਾਈਮ ਨਾਲ ਤੁਸੀਂ ਪਹੁੰਚੋ, ਉੱਥੇ ਟਾਈਮ ਤੋਂ ਪਹਿਲੇ ख़त्म ਕਰਕੇ ਤੁਹਾਨੂੰ ਘਰ ਭੇਜ ਦਿੰਦੇ ਨੇ, ਔਰ ਸਾਰਾ ਕੰਮ ਬੜੇ ਆਰਗੇਨਾਈਜ਼ਡ ਵੇ ਹੁੰਦਾ ਹੈ। ਇਹੋ ਹੀ ਗੱਲਾਂ ਹੈਗੀਆਂ ਨੇ। ਪ੍ਰਕਾਸ਼ ਜੀ, ਤੁਹਾਡੀਆਂ ਜੋ ਮੂਵੀਜ਼ ਨੇ, ਚਾਹੇ ਉਹ ਸੱਤਿਆਗ੍ਰਹਿ ਹੈ, ਚਾਹੇ ਉਹ ਗੰਗਾ ਜਲ ਹੈ ਜਾਂ ਚੱਕਰਵਿਊਹ ਹੈ, ਇਹ ਸਾਰੀਆਂ ਜ਼ਿਆਦਾਤਰ ਰਾਜਨੀਤੀ 'ਤੇ ਆਧਾਰਿਤ ਹੁੰਦੀਆਂ ਨੇ ਜਾਂ ਜੋ ਕਰੰਟ ਇਸ਼ੂਜ਼ ਹੁੰਦੇ ਨੇ ਇਹਨਾਂ 'ਤੇ। ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਵੱਖਰੇ ਤੌਰ 'ਤੇ ਮੂਵੀਜ਼ ਬਣਾਉਣ ਦਾ ਕਦੇ ਸੋਚਿਆ ਜਾਂ ਇਹੀ ਰਾਜਨੀਤੀ ਦੇ ਆਧਾਰ 'ਤੇ ਹੀ ਬਣਾਉਂਦੇ ਰਹੋਗੇ? नहीं जी, मैं लव स्टोरी बनाऊंगा, कॉमेडी बनाऊंगा। मैं हर चीज़ के बारे में सोचता हूँ। अच्छी कहानी मिल जाए तो कुछ मज़ा आ जाए, बदल जाए कुछ। ਕਹਿਣ ਦਾ ਮਤਲਬ ਹੈ ਕਿ ਜੀ ਸਾਦਾ ਪੱਤਾ ਜਿਹੜਾ ਕੱਟ ਗਿਆ ਹੈ। ਰੋਮਾਂਟਿਕ ਫਿਲਮ ਬਣਾਉਣਗੇ ਤਾਂ ਸਾਡੀ ਤਾਂ ਕੋਈ ਲੋੜ ਹੀ ਨਹੀਂ ਹੈਗੀ। ਅਮਿਤ ਜੀ, ਤੁਹਾਨੂੰ ਵੀ ਬਹੁਤ ਜ਼ਿਆਦਾ ਅਰਸਾ ਹੋ ਗਿਆ ਬਾਲੀਵੁੱਡ ਦੇ ਵਿੱਚ ਫਿਲਮਾਂ ਕਰਦੇ ਹੋਏ, ਤੇ ਕੋਈ ਇਹੋ ਜਿਹਾ ਕੈਰੈਕਟਰ ਤੁਹਾਡੇ ਜ਼ਿਹਨ ਦੇ ਵਿੱਚ ਰਹਿ ਗਿਆ ਹੋਵੇ ਕਿ ਉਹ ਤੁਸੀਂ ਕਿਰਦਾਰ ਨਿਭਾਉਣਾ ਚਾਹੁੰਦੇ ਹੋ? ਮੈਂ ਵੀ ਢੂੰਡ ਰਿਹਾ ਕਿ ਇਹੋ ਜਿਹਾ ਕੋਈ ਕੈਰੈਕਟਰ ਹੋਵੇ ਜੋ ਮੈਨੂੰ ਪ੍ਰਭਾਵਿਤ ਕਰੇ, ਇੰਪ੍ਰੈਸ ਕਰੇ। ਮੈਂ ਇਹ ਜਿਹੜਾ ਡਿਸੀਜਨ ਹੈ ਡਾਇਰੈਕਟਰਸ 'ਤੇ ਛੱਡ ਦਿੰਦਾ ਕਿ ਉਹ ਸੋਚਣ ਮੇਰੇ ਵਾਸਤੇ ਕਿ ਕੀ ਮੈਨੂੰ ਕਰਨਾ ਚਾਹੀਏ, ਹੋਰ ਕੀ ਕਰਨਾ ਚਾਹੀਦਾ ਮੈਨੂੰ। ਉਹ ਮਿਲ ਜਾਏ ਤਾਂ ਅਸੀਂ ਫਿਰ ਚੱਲ ਪੈਂਦੇ ਨੇ। ਜੀ ਅਮਿਤ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਪ੍ਰਕਾਸ਼ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਸੱਤਿਆਗ੍ਰਹਿ ਦੇ ਬਾਰੇ ਵਿਚਾਰ ਚਰਚਾ ਹੋਈ ਇੱਥੇ, ਫਿਲਮ ਦੇ ਕੰਟੈਂਟ ਦੇ ਬਾਰੇ, ਜੋ ਕਨਸੈਪਟ ਹੈ ਕੀ ਸੀ ਇਸ ਦੇ ਬਾਰੇ ਚਰਚਾ ਹੋਈ। ਜਲਦ ਹੀ ਰਿਲੀਜ਼ ਹੋਣ ਵਾਲੀ ਹੈ ਫਿਲਮ, ਤੇ ਉਮੀਦ ਇਹੀ ਕਰਦੇ ਹਾਂ, ਦੁਆ ਇਹੀ ਕਰਦੇ ਹਾਂ ਕਿ ਦਰਸ਼ਕਾਂ ਨੂੰ ਇਹ ਫਿਲਮ ਬਹੁਤ ਜ਼ਿਆਦਾ ਪਸੰਦ ਆਏਗੀ। ਕੈਮਰਾਮੈਨ ਸ਼ਸ਼ੀ ਦੇ ਨਾਲ ਗਗਨਦੀਪ ਕੌਰ, PTC ਨਿਊਜ਼, ਦਿੱਲੀ।